ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਇਆ, ਆਪੋ ਕਛੂ ਨ ਕਿਨਹੂ ਲਿਆ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨਕੈ ਕਛੂ ਨ ਹਾਥ। ਸ਼ਲੋਕ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨ ਕਤਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪਰਸੰਨ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾ ਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨ ਬਿੰਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ। ਸਾਧ ਕੈ ਸੰਗ ਨਹੀਂ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸਜੀ ਹੋਈ ਸਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਸੂਝਵਾਨ ਸੱਜਣੋ, ਆਪ ਜੀ ਦੇ ਚਰਨਾਂ 'ਚ ਆਪਣੀ ਹਕੀਰ ਬੁੱਧੀ ਦੁਆਰਾ ਪੰਚਮ ਪਾਤਸ਼ਾਹ ਜੀ ਦੇ ਸ਼ਾਹਕਾਰ ਸੁਖਮਨੀ ਸਾਹਿਬ ਜੀ ਦੀ ਵਿਚਾਰ ਹਾਜ਼ਰ ਹੈ। ਆਪ ਜਪਾਏ ਜਪੈ ਸੋ ਨਾਉ। ਜਿਹਦੇ ਉੱਪਰ ਆਪ ਕਿਰਪਾ ਕਰਦਾ ਹੈ, ਨਾਮ ਉਹ ਜਪਦਾ ਹੈ, ਦੂਜਾ ਨਹੀਂ ਜਪ ਸਕਦਾ। ਦੂਜਾ ਉਹਨੂੰ ਮਖੌਲ ਕਰੂਗਾ ਸਗੋਂ, ਵੀ ਲੈ ਸਾਰਾ ਦਿਨ ਉਹੀ ਮੂੰਹ ਲਾਈ ਜਾਂਦਾ। ਕਰਦੇ ਲੋਕ, ਕਹਿੰਦੇ ਆ ਇਸ ਤਰ੍ਹਾਂ। ਜਿਹਦੇ ਪਰ ਮਹਾਨ ਕਿਰਪਾ ਉਹਦੀ ਹੋਊਗੀ, ਜਪਦਾ ਉਹ ਹੈ। ਕਿਉਂਕਿ ਆਖਣ ਔਖਾ ਸਾਚਾ ਨਾਮ, ਬੜਾ ਮੁਸ਼ਕਲ ਹੈ ਇਹ ਜਪਦਾ। ਆਪ ਗਵਾਏ ਸੋ ਹਰ ਗੁਣ ਗਾਓ। ਜਿਹਨੂੰ ਉਹ ਗਵਾਉਣ ਲਾਉਂਦਾ ਹੈ, ਉਹੀ ਉਹਦੇ ਗੁਣ ਗਾਉਂਦਾ ਹੈ। ਹੁਣ ਕਈ ਭਾਈ ਸਾਹਿਬ ਗਾਉਣੇ ਨੂੰ ਆ ਕੀਰਤਨ ਪਰ ਟਿੱਪਣੀਆਂ ਲੱਗੇ ਕਰਨ। ਹੁਣ ਦੱਸੋ ਕਿਆ ਉਹਦਾ ਇਲਾਜ ਹੈ? ਗਾਉਣਾ ਖੁਸ਼ੀ ਦੀ ਸਭ ਤੋਂ ਅਖੀਰਲੀ ਅਵਸਥਾ 'ਚ ਨਿਕਲਦਾ ਹੈ। ਜਦੋਂ ਬੰਦਾ ਅਤੀ ਪ੍ਰਸੰਨ ਹੁੰਦਾ ਹੈ, ਗਾਉਣਾ ਉਦੋਂ ਅੰਦਰ ਤੋਂ ਫੁੱਟਦਾ ਹੈ। ਕਵਿਤਾ ਵੀ ਉਦੋਂ ਹੀ ਫੁੱਟਦੀ ਹੈ ਜਦੋਂ ਬਹੁਤ ਅੰਦਰ ਤੇ ਮਨ ਬਾਗ ਹੋਇਆ ਪਿਆ ਹੁੰਦਾ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਪ੍ਰਭੂ ਦੀ ਕਿਰਪਾ ਤੋਂ ਅੰਦਰ ਚਾਨਣਾ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ। ਉਹਦੀ ਕਿਰਪਾ ਤੋਂ ਹੀ ਅੰਦਰ ਸਾਡਾ ਜਿਹੜਾ ਕਮਲ ਹੈ, ਮੁਰਝਾਇਆ ਹੋਇਆ ਸਾਡਾ ਮਨ ਹੈ, ਉਹ ਖਿੜ ਪੈਂਦਾ। ਦੁਆਇਤ ਤੋਂ ਹਟ ਕੇ ਏਕੇ ਵਿੱਚ ਆ ਜਾਂਦਾ। ਪ੍ਰਭ ਸੁਪਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਪ੍ਰਭੂ ਜਦ ਚੰਗੀ ਤਰ੍ਹਾਂ ਸਾਡੇ ਉੱਤੇ ਖੁਸ਼ ਹੋਵੇ, ਉਹ ਸਾਡੇ ਮਨ 'ਚ ਵਸ ਜਾਂਦਾ। ਇਹ ਸਾਡੇ ਵੱਲੋਂ ਨਹੀਂ ਹੈ, ਇਹ ਪ੍ਰਕਿਰਿਆ ਇਹ ਪਰਮਾਤਮਾ ਵੱਲੋਂ ਹੈ। ਜੇ ਉਹ ਚਾਹੇ ਤਾਂ ਸਾਡਾ ਹੱਥ ਪਕੜ ਲਵੇ, ਅਸੀਂ ਨਹੀਂ ਪਕੜ ਸਕਦੇ। ਪ੍ਰਭ ਦਇਆ ਤੇ ਮਤ ਉਤਮ ਹੋਏ।
ਪ੍ਰਭੂ ਦੀ ਦਇਆ ਤੋਂ ਸਾਡੀ ਮੱਤ ਉੱਤਮ ਹੋ ਜਾਂਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਸਾਰੇ ਖਜ਼ਾਨੇ ਪ੍ਰਭੂ ਤੇਰੀ ਕਿਰਪਾ ਦੇ ਵਿੱਚ ਹੈ। ਆਪੋਂ ਕਛੂ ਨ ਕਿਨਹੂ ਲਿਆ, किसी ने अपने आप तो कोई प्राप्ति नहीं करी, सब कुछ तेरे हथ विच है, तू ही सब कुछ सब नूं दिना है। तैथों ही बल राम लै नाल बाणा दै सिर काया, तैथों ही बल कृष्ण लै कंस केसी पकड़ गिराया, तैथों ही बल तैही दुर्गा साज के दैंतां दा नाश कराया। सब कुछ तेरे हथ विच है, जित जित लावो तित लगै हर नाथ, जिथे जिथे तैं लाए हुए हैं हे वाहिगुरु सब उवें लगे हुए हैं। नानक इनकै कछू न हाथ, इन्हां दे हथ च कुछ नहीं है। श्लोक अगम अगाध पार ब्रह्म सोए, प्रभु अगम भी है अगाध भी है। ਇੱਥੇ ਦਾਸ ਨੂੰ ਐਡ ਕਰਨ ਦੇਣਾ ਗੁਰਬਾਣੀ ਦਾ ਥਾਟ ਇਹ ਵੀ ਹੈ ਵੀ ਜਿਹੜਾ ਗੁਰੂ ਹੈ ਉਹ ਵੀ ਅਗਾਧ ਹੈ, ਉਹ ਅਗੋਚਰ ਵੀ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੁੰਦਾ ਗੁਰੂ। ਭਾਵੇਂ ਸਾਨੂੰ ਤਾਂ ਐਂ ਲੱਗਦਾ ਹੁੰਦਾ ਵੀ ਸਾਹਮਣੇ ਗੁਰੂ ਜੀ ਸਾਡੇ ਬਿਰਾਜਮਾਨ ਹੈ, ਪਰ ਨਹੀਂ, ਗੁਰੂ ਦੀ ਵਿਸ਼ੇਸ਼ਤਾ ਨੂੰ ਕੇਵਲ ਗੁਰੂ ਜਾਣੇ, ਪਰਮਾਤਮਾ ਜਾਣੇ। ਇਸੇ ਤਰ੍ਹਾਂ ਸੰਤ ਹੈ ਜਿਹੜਾ ਉਹ ਵੀ ਅਗੋਚਰ ਔਰ ਅਗਾਧ ਬੋਧ ਹੁੰਦਾ ਹੈ। ਸੰਤ ਨੂੰ ਵੀ ਸਮਝਣਾ ਬਹੁਤ ਮੁਸ਼ਕਿਲ ਹੈ। ਜੋ ਜੋ ਕਹੈ ਸੋ ਮੁਕਤਾ ਹੋਏ, ਇਹਦੇ ਵਿਚਾਰੇ ਬਾਰੇ 'ਚ ਇੱਕ ਵਿਚਾਰ ਇਹ ਵੀ ਆਉਂਦੀ ਗੁਰਬਾਣੀ 'ਚ ਵੀ ਗੁਰ ਅਗੋਚਰ ਨਿਰਮਲਾ ਗੁਰ ਜੇਵਡ ਅਵਰ ਨਾ ਕੋਇ। ਗੁਰੂ ਔਰ ਪੂਰਾ ਸੰਤ ਜਿਹੜਾ ਹੁੰਦਾ ਉਹ ਅਗੋਚਰ ਹੁੰਦਾ, ਉਹਦੀ ਗੱਲ ਸਾਨੂੰ ਸਮਝ ਨਹੀਂ ਹੁੰਦੀ, ਸਾਨੂੰ ਸਰੀਰ ਦਿਖਦਾ ਹੁੰਦਾ ਕੇਵਲ ਉਹਦਾ, ਉਹਦੇ ਬੋਲ ਸੁਣਦੇ ਹੁੰਦੇ, ਬੋਲਾਂ ਦੇ ਪਿੱਛੇ ਜਿਹੜੀ ਭਾਵਨਾ ਬਿਹਾਈਂਡ ਦੀ ਲਾਈਨ ਹੁੰਦੀ ਹੈ ਉਹਨੂੰ ਅਸੀਂ ਨਹੀਂ ਪਕੜ ਸਕਦੇ, ਕਿਉਂਕਿ ਸਾਡੀ ਉਹੀ ਜਿਹੀ ਅਵਸਥਾ ਨਹੀਂ ਹੁੰਦੀ। ਜੋ ਜੋ ਕਹੈ ਸੋ ਮੁਕਤਾ ਹੋਏ, ਜਿਹੜਾ ਜਿਹੜਾ ਵੀ ਉਸ ਪਾਰ ਬ੍ਰਹਮ ਅਗਾਧ ਬੋਧ ਨੂੰ ਅਗੰਮ ਨੂੰ ਪਛਾਣ ਲੈਂਦਾ ਹੈ ਉਹੀ ਮੁਕਤਾ ਹੁੰਦਾ। ਜਿਹੜਾ ਉਹਨੂੰ ਯਾਦ ਕਰਦਾ, ਉਹਦਾ ਨਾਮ ਜਪਦਾ, ਉਹ ਮੁਕਤ ਹੋ ਜਾਂਦਾ। ਸੁਨ ਮੀਤਾ ਨਾਨਕ ਬਿਨਵੰਤਾ, ਨਾਨਕ ਗੁਰੂ ਨਾਨਕ ਪੰਚਮ ਪਾਤਸ਼ਾਹ ਬੇਨਤੀ ਕਰਦੇ हैं ਪੰਜਵੇਂ ਨਾਨਕ, ਸੁਨ ਮੀਤਾ ਮਿੱਤਰੋ ਸੁਣੋ, ਸਾਧ ਜਨਾਂ ਕੀ ਅਚਰਜ ਕਥਾ। ਸਾਧੂ ਜਨਾਂ ਦੀ ਬਹੁਤ ਅਚਰਜ ਕਥਾ ਹੈ, ਉਹ ਹੁਣ ਬਿਆਨ ਆ ਰਹੀ ਹੈ ਅੰਦਰ ਅਸ਼ਟਪਦੀ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧੂ ਦੇ ਸੰਗਤ ਵਿੱਚ ਜਾ ਕੇ, ਗੁਰੂ ਦੀ ਸੰਗਤ ਵਿੱਚ ਜਾ ਕੇ ਮੁਖ ਹੈ ਜਿਹੜਾ ਉਜਲਾ ਹੋ ਜਾਂਦਾ। ਸਾਧ ਸੰਗ ਮਲ ਸਗਲੀ ਖੋਤ, ਸਾਧੂ ਦੇ ਸੰਗ ਵਿੱਚ ਸਾਰੀ ਉਹ ਜਿਹੜੀ ਸਾਡੇ ਅੰਦਰ ਮੈਲ ਹੈ ਉਹ ਖੋਤੀ ਜਾਂਦੀ ਹੈ। ਖੋਤਣਾ ਸ਼ਬਦ ਪੇਂਡੂ ਹੈ, ਅਸੀਂ ਖੁਦ ਦੇਖਿਆ, ਖੁਰਪੇ ਨਾਲ ਖੋਤ ਕੇ ਜਿਹੜਾ ਕੱਖ ਵਗੈਰਾ ਹੁੰਦਾ ਨਾ ਉਹ ਖੋਤ ਕੇ ਬਾਹਰ ਕੱਢਦੇ ਹੁੰਦੇ ਫਸਲ ਚੋਂ, ਉਹ ਹੈ। ਸਾਧੂ ਦੀ ਸੰਗਤ ਵਿੱਚ ਸਾਡੇ ਮਨ ਦੀ ਜਿਹੜੀ ਮੈਲ ਹੈ ਉਹ ਖੋਤੀ ਜਾਂਦੀ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਮਨ ਦਾ ਜਿਹੜਾ ਮਾਣ ਹੈ, ਹਉਮ ਹੈ, ਈਗੋ ਹੈ, ਕਨਸੀਟ ਹੈ, ਇਹ ਮਿਟ ਜਾਂਦੀ ਹੈ ਸਾਧੂ ਦੀ ਸੰਗਤ ਵਿੱਚ। ਸਾਧ ਕੈ ਸੰਗ ਪ੍ਰਗਟੈ ਸੋ ਗਿਆਨ, ਜਿਹੜਾ ਉਹ ਗਿਆਨ ਪ੍ਰਗਟ ਹੁੰਦਾ ਸਾਧੂ ਦੀ ਸੰਗਤ ਵਿੱਚ, ਉਹ ਅਸਲੀ ਗਿਆਨ ਹੈ, ਸੁਗਿਆਨ। ਸਾਡਾ ਗਿਆਨ ਤ੍ਰੈਗੁਣੀ ਹੁੰਦਾ ਹੈ, ਖਾਮ ਹੁੰਦਾ ਹੈ, ਕੱਚਾ ਹੁੰਦਾ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧੂ ਦੀ ਸੰਗਤ ਵਿੱਚ ਪ੍ਰਭੂ ਐਂ ਲੱਗਦਾ ਵੀ ਨੇੜੇ ਹੈ, ਨਹੀਂ ਤਾਂ ਦੂਰ ਲੱਗਦਾ। ਫਿਰ ਤੀਰਥਾਂ 'ਤੇ ਫਿਰਦੇ ਆਪਾਂ, ਦੂਰ ਦੂਰ ਜਾਂਦੇ ਆਉਂਦੇ, ਕਿਉਂਕਿ ਸਾਧੂ ਦੀ ਸੰਗਤ ਨਹੀਂ ਆਪਾਂ ਨੂੰ ਪ੍ਰਾਪਤ ਹੋਈ, ਗੁਰੂ ਕੀ ਸੰਗਤ ਨਹੀਂ ਪ੍ਰਾਪਤ ਹੋਈ। ਜੇ ਸੰਗਤ ਪ੍ਰਾਪਤ ਹੋ ਗਈ ਫਿਰ ਅੰਦਰ ਹੀ ਨਜ਼ਰ ਆ ਜਾਣਾ। ਫਿਰ ਅੰਦਰੂਨੇ ਖਾਨਾ ਅਤ ਨੂਰ ਅੱਲਾ, ਅੰਦਰੂਨੇ ਖਾਨਾ ਅਤ ਨੂਰੇ ਅੱਲਾ, ਅੰਦਰ ਹੀ ਰੱਬ ਦਾ ਨੂਰ ਹੈ, ਬਾਹਰ ਫਿਰਦਾ ਹਿਰਨ ਦੀ ਤਰ੍ਹਾਂ ਜੰਗਲ ਦੇ ਵਿੱਚ ਬੰਦਾ। ਸਾਧ ਸੰਗ ਸਭ ਹੋਤ ਨਵੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧੂ ਦੇ ਸੰਗ ਕਰਨ ਦੇ ਨਾਲ ਸਭ ਨਵੇੜੇ ਹੋ ਜਾਂਦੇ, ਨਹੀਂ ਤਾਂ ਇਹ ਝਗੜਾ ਬਣਿਆ ਰਹਿੰਦਾ। ਝਗੜਾ ਇੱਕ ਨਵੇਰੋ ਰਾਮ ਜੀ ਨੂੰ ਕਬੀਰ ਜੀ ਫਰਮਾਉਂਦੇ, ਨਹੀਂ ਨਿਬੜਦਾ। ਸਿੱਧ ਸਮਾਧ ਕਰੈ ਨਿਤ ਝਗੜਾ, ਦੋਏ ਲੋਚਨ ਕਿਆ ਹੀਰੈ, ਅੰਤਰ ਜੋਤ ਸ਼ਬਦ ਤੁਨ ਜਾਗੈ, ਸਤਿਗੁਰ ਝਗੜ ਨਵੇਰੈ। ਇਹ ਦੁਨੀਆ ਦਾ ਝਗੜਾ ਨਿਬੜ ਨਹੀਂ ਸਕਦਾ, ਇਹ ਰਹਿਣਾ ਹੀ ਰਹਿਣਾ ਹੈ। ਕੱਚੀਆਂ ਵਿਚਾਰਾਂ, ਕੱਚੀਆਂ ਗੱਲਾਂ, ਕੱਚੇ ਵਿਚਾਰ, ਕੱਚੀਆਂ ਵਿਚਾਰਧਾਰਾਵਾਂ ਇਹ ਸਾਧੂ ਦੀ ਸੰਗਤ ਵਿੱਚੋਂ ਹਟ ਸਕਦੀਆਂ, ਨਹੀਂ ਤਾਂ ਨਹੀਂ ਹਟ ਸਕਦੀ। ਹੈ ਉਹਦੇ ਹੁਕਮ ਵਿੱਚ ਬਣਾਏ ਹੋਏ ਸਾਰੇ ਉਸੇ ਦੇ ਹੈ, ਤ੍ਰੈਗੁਣੀ ਵੀ ਤਾਂ ਉਸੇ ਦੇ ਸਾਜੇ ਹੋਏ, ਜ਼ਿਆਦਾਤਰ ਉਹੀ ਹੈ। ਤੇ ਜੇ ਕੋਈ ਚੌਥੇ ਪਦ ਵਾਲਾ ਉਹ ਵੀ ਉਸੇ ਦਾ,
ਸਾਧ ਕੈ ਸੰਗ ਪਾਏ ਨਾਮ ਰਤਨ। ਇਹ ਜਿਹੜਾ ਨਾਮ ਹੈ ਰਤਨ, ਸਭ ਤੋਂ ਬੇਸ਼ਕੀਮਤੀ ਚੀਜ਼, ਨਾਯਾਬ ਚੀਜ਼, ਇਹ ਸਾਧੂ ਦੀ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ। ਸਾਧ ਕੈ ਸੰਗ ਏਕ ਉੱਪਰ ਯਤਨ। ਸਾਧੂ ਦੀ ਸੰਗਤ ਵਿੱਚ ਹੀ ਇੱਕ ਦੇ ਉੱਪਰ ਯਤਨ ਕਰਿਆ ਜਾਂਦਾ ਹੈ। ਏਕੇ ਦਾ ਜਿਹੜਾ ਵਨਨੈਸ ਦਾ ਭਾਵ ਹੈ ਉਹ ਸਾਧੂ ਦੀ ਸੰਗਤ ਚੋਂ ਮਿਲਦਾ ਹੈ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ। ਸਾਧੂ ਦੀ ਮਹਿਮਾ ਨੂੰ ਕੌਣ ਵਰਣਨ ਕਰ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧੂ ਦੀ ਸੋਭਾ ਤਾਂ ਪ੍ਰਭੂ ਦੇ ਵਿੱਚ ਸਮਾਈ ਵੀ ਹੁੰਦੀ ਹੈ, ਦੁਨੀਆਦਾਰ ਉਹਨੂੰ ਕਿਆ ਜਾਣ ਸਕਦੇ ਹੈ। ਸਾਧ ਕੈ ਸੰਗ ਅਗੋਚਰ ਮਿਲੈ। ਗੁਰੂ ਕੀ ਸੰਗਤ ਦੇ ਵਿੱਚ ਹੀ ਅਗੋਚਰ ਮਿਲਦਾ ਹੈ, ਪਰਮਾਤਮਾ ਅਗੋਚਰ, ਜਿਹੜਾ ਸਾਡੀ ਇੰਦਰੀਆਂ ਤੋਂ ਪਹੁੰਚ ਤੋਂ ਬਹੁਤ ਪਰੇ। ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਚਮੜੀ ਮਹਿਸੂਸ ਨਹੀਂ ਕਰ ਸਕਦੀ ਉਹਨੂੰ, ਨਾਸਾਂ ਸੁੰਘ ਨਹੀਂ ਸਕਦੀਆਂ, ਉਹ ਅਗੋਚਰ ਹੁੰਦਾ ਹੈ। ਉਹ ਸਾਧੂ ਕੀ ਗੁਰੂ ਕੀ ਸੰਗਤ ਵਿੱਚ ਮਿਲਦਾ ਹੈ। ਸਾਧ ਕੈ ਸੰਗ ਸਦਾ ਪ੍ਰਫੁੱਲ ਹੈ। ਸਾਧੂ ਦੀ ਸੰਗਤ ਵਿੱਚ ਹੀ ਸਦਾ ਬੰਦੇ ਦਾ ਮਨ ਚੰਗੀ ਤਰ੍ਹਾਂ ਪ੍ਰਫੁੱਲਤ ਹੁੰਦਾ ਹੈ, ਅੰਦਰ ਦਾ ਕਮਲ ਖਿੜਦਾ ਹੈ। ਸਾਧ ਕੈ ਸੰਗ ਆਮੈ ਬਸ ਪੰਚਾ। ਇਹ ਜਿਹੜੇ ਪੰਜੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬਸ ਵਿੱਚ ਆ ਜਾਂਦੇ ਸਾਧੂ ਦੀ ਸੰਗਤ ਵਿੱਚ। ਪੰਜ ਗੁੱਡ ਸੈਂਸ ਵਿੱਚ ਵੀ ਗੁਰਬਾਣੀ 'ਚ ਆਇਆ ਹੋਇਆ, ਪੰਜ ਨੈਗੇਟਿਵ ਸੈਂਸ ਵਿੱਚ ਵੀ ਆਇਆ ਹੋਇਆ। ਪੰਚਾਂ ਦਾ ਝਗੜਾ ਅੰਦਰ ਰਹਿੰਦਾ ਹੀ ਰਹਿੰਦਾ, ਉੱਥੇ ਨੈਗੇਟਿਵ ਸੈਂਸ ਹੈ, ਇੱਥੇ ਵੀ ਨੈਗੇਟਿਵ ਸੈਂਸ ਵਿੱਚ ਹੈ। ਬਸ ਆਮ ਹੈ ਪੰਚਾ। ਪੰਜੇ ਜਿਹੜੇ ਝਗੜਾਲੂ ਅੰਦਰ ਬਿਰਤੀਆਂ, ਉਹ ਪੰਜੇ ਸਾਡੇ ਵਸ 'ਚ ਆ ਜਾਂਦੇ ਸਾਧੂ ਦੀ ਸੰਗਤ ਵਿੱਚ। ਵੈਸੇ ਪੰਚ ਬੜਾ ਆਦਰਯੋਗ ਸ਼ਬਦ ਹੈ ਗੁਰਬਾਣੀ 'ਚ, ਪੰਚ ਪ੍ਰਵਾਨ ਪੰਚ ਪ੍ਰਧਾਨ। ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧੂ ਦੀ ਸੰਗਤ ਵਿੱਚ, ਗੁਰੂ ਕੀ ਸੰਗਤ ਵਿੱਚ ਅੰਮ੍ਰਿਤ ਦਾ ਰਸ ਪੁੰਚਿਆ ਜਾਂਦਾ ਹੈ। ਸਾਧ ਸੰਗ ਹੋਏ ਸਭ ਕੀ ਰੇਨ। ਬੰਦਾ ਇੰਨਾ ਨੀਵਾਂ ਹੋ ਜਾਂਦਾ ਵੀ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਜਿਹਨੂੰ ਭਾਈ ਨੰਦ ਲਾਲ ਜੀ ਕਹਿੰਦੇ ਵੀ ਕੁਰਬਾਨ ਜਾਵਾਂ ਮੈਂ ਉਸ ਖਾ ਕੇ ਰਾਹੇ ਸੰਗਤ ਤੋਂ। ਉਹਦੀ ਜਿੱਥੇ ਨੂੰ ਉਹ ਲੰਘਦੇ ਆ ਨਾ ਸਤਸੰਗੀ ਜਨ, ਉਹਨਾਂ ਦੀ ਧੂੜ ਵੀ ਮੈਂ ਮੱਥੇ ਨੂੰ ਲਾ ਲਵਾਂ, ਉਹਦੇ ਵਿੱਚ ਇਸ਼ਨਾਨ ਕਰ ਲਵਾਂ, ਉਹ ਤੋਂ ਕੁਰਬਾਨ ਜਾਵਾਂ। ਸਾਧ ਕੈ ਸੰਗ ਮਨੋਹਰ ਬੈਨ। ਸਾਧੂ ਦੀ ਸੰਗਤ ਵਿੱਚ ਹੀ ਸਾਡੇ ਜਿਹੜੇ ਬੈਨ ਹੈ, ਬੋਲੀ ਬਚਨ, ਉਹ ਮਿੱਠੇ ਹੋ ਜਾਂਦੇ ਭਾਈ, ਵਧੀਆ ਹੋ ਜਾਂਦੇ। ਸਾਧੂ ਕੈ ਸੰਗ ਨਾ ਕਤ ਹੂੰ ਧਾਵੈ। ਸਾਧੂ ਦੀ ਸੰਗਤ ਜਿਹਨੂੰ ਮਿਲ ਗਈ, ਕਰਨੀ ਹੋਰ ਗੱਲ ਹੈ ਫਿਰ ਵਿਚਾਰਿਓ ਇਸ ਗੱਲ ਨੂੰ, ਉਹ ਫਿਰ ਕਿਤੇ ਨਹੀਂ ਭੱਜਦਾ, ਨੱਠਦਾ ਭੱਜਦਾ ਨਹੀਂ, ਆਲੇ ਦੁਆਲੇ ਜਾਂਦਾ ਨਹੀਂ। ਸਾਧ ਸੰਗ ਅਸਥਿਤ ਮਨ ਪਾਵੇ, ਉਹਦਾ ਮਨ ਸਟੇਸ਼ਨਰੀ ਹੋ ਜਾਂਦਾ, ਇੱਕ ਜਗ੍ਹਾ ਖੜ ਜਾਂਦਾ। ਸਾਧ ਕੈ ਸੰਗ ਮਾਇਆ ਤੇ ਭਿੰਨ। ਮਾਇਆ ਦੇ ਵਿੱਚ ਰਹਿੰਦੇ ਹੋਏ ਮਾਇਆ ਤੋਂ ਅਲੂਫ ਆਪਣੇ ਆਪ ਨੂੰ ਰੱਖਦਾ ਫਿਰ ਉਹ ਬੰਦਾ। ਸਾਧ ਸੰਗ ਨਾਨਕ ਪ੍ਰਭ ਸੁਪਰਸੰਨ। ਪੰਚਮ ਪਾਤਸ਼ਾਹ ਫਰਮਾਉਂਦੇ ਆ ਵੀ ਸਾਧੂ ਦੀ ਸੰਗਤ ਵਿੱਚ ਹੀ ਪ੍ਰਭੂ ਸੁਪਰਸੰਨ ਰਹਿੰਦਾ ਹੈ। ਸਾਧ ਸੰਗ, ਚਲੋ ਇਹ ਤਾਂ ਫਿਰ ਅੱਗੇ ਹੈ। ਹਾਂ, ਸਾਧ ਸੰਗ ਦੁਸ਼ਮਣ ਸਭ ਮੀਤ। ਸਾਧੂ ਦੀ ਸੰਗਤ ਵਿੱਚ ਦੁਸ਼ਮਣ ਵੀ ਮਿੱਤਰ ਬਣ ਜਾਂਦੇ, ਬਿਲਕੁਲ ਹੋ ਜਾਂਦਾ ਇਸ ਤਰ੍ਹਾਂ। ਸੈਦ ਬੇਗ ਬੀੜਾ ਚੱਕ ਕੇ ਪਾਨ ਦਾ ਕਹਿ ਕੇ ਆਇਆ ਸੀ ਬਾਦਸ਼ਾਹ ਨੂੰ ਵੀ ਮੈਂ ਗੁਰੂ ਸਾਹਿਬ ਨੂੰ ਬਸਤ ਨਹੀਂ ਜਾਂ ਕੁਸ਼ਤ ਨਹੀਂ ਪਕੜ ਕੇ ਜਾਂ ਮਾਰ ਕੇ ਲੈ ਕੇ ਆਊਂਗਾ, ਲੇਕਿਨ ਕਿਆ ਹੋਇਆ, ਅੱਗੇ ਆ ਕੇ ਸ਼ਰਧਾਲੂ ਬਣ ਗਿਆ। ਦੁਸ਼ਮਣ ਵੀ ਮਿੱਤਰ ਬਣ ਜਾਂਦੇ। ਸਾਧੂ ਕੈ ਸੰਗ ਮਹਾਪੁਨੀਤ। ਮਹਾਪਵਿੱਤਰਤਾ ਸਾਧੂ ਦੀ ਸੰਗਤ ਵਿੱਚ ਆਉਂਦੀ ਹੈ। ਸਾਧ ਸੰਗ ਕਿਸਿਓ ਨਹੀਂ ਬੈਰ। ਫਿਰ ਕਿਸੇ ਨਾਲ ਬੈਰ ਨਹੀਂ ਰਹਿ ਜਾਂਦਾ। ਹੁਣ ਇੱਥੇ ਸਾਧ ਸੰਗਤ ਜੀ ਸਾਨੂੰ ਫੇਰ ਟਪਲਾ ਲੱਗਦਾ ਹੈ, ਕਿਉਂਕਿ ਅਸੀਂ ਦੁਨਿਆਵੀ ਜੀਵ ਹੈ, ਸਾਡੀ ਸਮਝ ਉਨੀ ਵਿਕਸਿਤ ਨਹੀਂ ਹੈ। ਬੈਰ ਦਾ ਭਾਵ ਇਹ ਹੁੰਦਾ ਵੀ ਅਸੀਂ ਕਿਸੇ ਨਾਲ ਵੈਰ ਨਹੀਂ ਕਰਨਾ, ਜੇ ਦੂਜਾ ਕਰਦਾ ਉਹਦਾ ਜਵਾਬ ਜ਼ਰੂਰ ਦਿੰਦੇ। ਉਹ ਮਹਾਂਪੁਰਸ਼ ਜਿਹੜੇ ਹੁੰਦੇ, 10ਵੇਂ ਪਾਤਸ਼ਾਹ, 6ਵੇਂ ਪਾਤਸ਼ਾਹ, ਈਵਨ ਮਿਥਿਹਾਸ ਚੋਂ ਲਈਏ ਰਾਮਚੰਦਰ ਜੀ, ਕ੍ਰਿਸ਼ਨ ਜੀ, ਸਭ ਨੇ ਜਵਾਬ ਦਿੱਤਾ ਹੈ। ਉਹ ਬੈਰ ਨਹੀਂ ਥਾ। ਉਹ ਜਿਹੜਾ ਹੰਕਾਰੀ ਬੰਦਾ ਹੁੰਦਾ ਉਹਨੂੰ ਸਹੀ ਕਰਨ ਖਾਤਰ ਇੱਕ ਰਸਤਾ ਹੁੰਦਾ। ਚੂੰਕਾ ਰਾਜਹਾਮਾ ਹੀਲਤੇ ਦਰ ਗੁਜਸਤ, ਹਲਾਲ ਅਸਤ ਬੁਰਦਨ व ਸ਼ਮਸ਼ੀਰ ਦਸਤ। ਫਿਰ ਤਾਂ ਖੰਡੇ ਪਰ ਹੱਥ ਜਾਂਦਾ ਹੀ ਜਾਂਦਾ, ਬੈਰ ਕਰਕੇ ਨਹੀਂ। ਜੇ ਬੈਰੀ ਨੇ ਅੱਗੇ ਹੱਥ ਖੜੇ ਕਰ ਦਿੱਤੇ, ਬਿਲਕੁਲ ਉੱਥੇ ਹੀ ਜਦੇ ਆਪਣੀ ਕਿਰਪਾਨ ਰੁਕ ਜਾਂਦੀ ਹੈ। ਕਿਰਪਾ ਕਰਨ ਵਾਲੀ ਕਿਰਪਾਨ ਹੈ ਜਿਹੜੀ, ਜਿੰਨਾ ਚਿਰ ਉਹ ਬਦੀ ਪਰ ਹੁੰਦਾ ਉਨਾ ਚਿਰ ਉਹ ਚੱਲਦੀ ਹੈ। ਸੋ ਬੈਰ ਆਪਣੇ ਅੰਦਰ ਨਹੀਂ ਉਹਦੇ ਹੁੰਦਾ, ਉਹ ਜਿਹੜਾ ਬੈਰੀ ਬੈਰ ਕਰਦਾ ਹੁੰਦਾ ਉਹਨੂੰ ਹਟਾਉਣਾ ਵੀ ਪੈਂਦਾ ਹੁੰਦਾ। ਸਾਧ ਕੈ ਸੰਗ ਨਾ ਬਿੰਗਾ ਪੈਰ। ਪੈਰ ਬਿੰਗਾ ਨਹੀਂ ਹੁੰਦਾ ਸਾਧੂ ਦੀ ਸੰਗਤ ਵਿੱਚ। ਹੁਣ ਇਹਨੂੰ ਅੱਖਰੀ ਅਰਥ ਨਾਲ ਲੈ ਲਿਓ ਵੀ ਸ਼ਾਇਦ ਪੈਰ ਟੇਢਾ ਮੇਢਾ ਨਹੀਂ ਹੁੰਦਾ।
ਵਿੰਗੇ ਰਸਤੇ ਪਰ, ਉਲਟੇ ਰਸਤੇ ਪਰ ਨਹੀਂ ਤੁਰਦਾ ਬੰਦਾ, ਦੁਆਇਤ ਵਿੱਚ ਨਹੀਂ ਜਾਂਦਾ, ਏਕੇ ਨਾਲ ਜੁੜਿਆ ਰਹਿੰਦਾ। ਸਾਧਕੈ ਸੰਗ ਨਹੀਂ ਕੋ ਮੰਦਾ, ਸਾਧੂ ਦੀ ਸੰਗਤ ਵਿੱਚ ਕੋਈ ਮੰਦਾ ਨਹੀਂ ਰਹਿੰਦਾ, ਫਿਰ ਨਾ ਹੀ ਕਿਸੇ ਨੂੰ ਬੰਦਾ ਮੰਦਾ ਸਮਝਦਾ। ਸਾਧ ਸੰਗ ਜਾਣੈ ਪਰਮਾਨੰਦਾ, ਉਸ ਪਰਮਾਨੰਦ ਦੀ, ਵਾਹਿਗੁਰੂ ਦੀ ਸੋਝੀ ਸਾਧੂ ਦੀ ਸੰਗਤ ਵਿੱਚ ਆਉਂਦੀ ਹੈ, ਉੱਥੋਂ ਜਾਣਿਆ ਜਾਂਦਾ। ਸਾਧਕੈ ਸੰਗ ਨਾਹੀ ਹਉ ਤਾਪ, ਸਾਧੂ ਦੀ ਸੰਗਤ ਵਿੱਚ ਹਉਮੈ ਦਾ ਤਾਪ ਨਹੀਂ ਚੜ੍ਹਦਾ, ਬੰਦੇ ਨੂੰ ਮਿਟ ਜਾਂਦਾ। ਸਾਧਕੈ ਸੰਗ ਤਜੈ ਸਭ ਆਪ, ਸਾਧੂ ਦੀ ਸੰਗਤ ਵਿੱਚ ਸਾਰੇ ਆਪਣੇ ਆਪ ਨੂੰ ਤਜ ਦਿੰਦੇ, ਹਰ ਬੰਦਾ ਆਪਣੇ ਆਪ ਹੀ ਛੱਡ ਦਿੰਦਾ। ਇਹੀ ਤਾਂ ਰੌਲਾ ਸਾਰੀ ਦੁਨੀਆ 'ਚ, ਝਗੜਾ ਹੀ ਹਉਮੈ ਦਾ। ਆਪੇ ਜਾਣੈ ਸਾਧ ਵਡਾਈ, ਵਾਹਿਗੁਰੂ ਆਪ ਹੀ ਸਾਧ ਦੀ ਵਡਿਆਈ ਨੂੰ ਜਾਣਦਾ ਹੈ। ਨਾਨਕ ਸਾਧ ਪ੍ਰਭੂ ਬਣ ਆਈ, ਸਾਧ ਦੀ ਤੇ ਪ੍ਰਭੂ ਦੀ ਬਾਣ ਆਉਂਦੀ ਹੈ ਇੱਕ ਦੂਜੇ ਪ੍ਰਤੀ, ਔਰ ਇਸ ਜਿਹੜੀ ਬਾਣ ਆਉਣ ਦੀ ਪ੍ਰਕਿਰਿਆ ਇਹਨੂੰ ਪਰਮਾਤਮਾ ਹੀ ਜਾਣਦਾ ਹੈ। ਬੰਦੇ ਤਾਂ ਇੱਕ ਕਲਪਨਾ ਹੀ ਕਰ ਸਕਦੇ ਆ, ਪ੍ਰਤੀਤ ਨਹੀਂ ਆਉਂਦੀ ਬੰਦਿਆਂ ਨੂੰ, ਕੇਵਲ ਪਰਮਾਤਮਾ ਜਾਣਦਾ ਵੀ ਕੌਣ ਸਾਧ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਜਾਂ ਸਾਧ ਨੂੰ ਸਾਧ ਜਾਣੂਗਾ ਜਾਂ ਪਰਮਾਤਮਾ ਜਾਣਦਾ। ਤੋ ਸਾਧ ਸੰਗਤ ਜੀ, ਉਹ ਵਿਚਾਰ ਕਰਦਿਆਂ ਬਹੁਤ ਸਾਰੀਆਂ ਉਕਤੀਆਂ ਉਕਾਈਆਂ ਰਹਿ ਜਾਂਦੀਆਂ, ਉਣਤਾਈਆਂ ਰਹਿ ਜਾਂਦੀਆਂ, ਕਿਉਂਕਿ ਭੁੱਲਣਹਾਰ ਹੈ ਜੀਵ। ਇੱਕ ਤ੍ਰੈਗੁਣੀ ਜੀਵ ਉਸ ਅਵਸਥਾ ਦਾ ਜ਼ਿਕਰ ਕਰਨ ਲੱਗੀ, ਇਕਾਈਆਂ ਕਰੇਗੀ ਹੀ ਕਰੇਗੀ, ਇਹਦੇ 'ਚ ਕੋਈ ਡਾਊਟ ਹੀ ਨਹੀਂ ਹੈ। ਇਸ ਕਰਕੇ ਸੰਗਤ ਮਾਫ ਕਰਨ ਦੇ ਕਾਬਲ ਹੁੰਦੀ ਹੈ ਅਤੇ ਕਰ ਵੀ ਦਿੰਦੀ ਹੈ, ਔਰ ਅਸੀਸਾਂ ਵੀ ਦਿੰਦੀ ਹੈ। ਉਹਨਾਂ ਅਸੀਸਾਂ ਦੇ ਸਦਕਾ ਹੀ ਬੰਦਾ ਅੱਗੇ ਵੱਧਦਾ ਹੈ। ਗੁਰਬਾਣੀ ਦਾ ਇੱਕ ਐਂਗਲ ਹੁੰਦਾ ਹੈ, ਸਮੱਗਰਤਾ 'ਚੋਂ ਨਿਕਲਦਾ। ਇੱਕ ਦੋ ਪੱਖ ਦਿੱਤੇ ਹੋਏ ਹੁੰਦੇ ਗੁਰਬਾਣੀ 'ਚ ਹਮੇਸ਼ਾ, ਹਰ ਵਿਸ਼ੇ ਦੇ, ਹਰ ਇਸ਼ੂ ਦੇ। ਉਹਨਾਂ ਦੇ ਵਿੱਚੋਂ ਕੋਈ ਗੱਲ ਹੁੰਦੀ ਹੈ ਪਿੱਛੇ, ਬਿਹਾਈਂਡ ਦਾ ਲਾਈਨ, ਉਹ ਸਮੱਗਰਤਾ ਦਾ ਸਿਧਾਂਤ ਹੁੰਦਾ, ਉਹਦੇ 'ਚੋਂ ਗੱਲ ਲੈਣੀ ਹੁੰਦੀ ਹੈ। ਗੁਰੂ ਸਾਹਿਬ ਦਾ ਇਹ ਫਰਮਾਨ ਹੈਗਾ ਹੈ ਵੀ ਰਾਗਾਂ ਨਾਦਾਂ ਨਾਲ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਬਿਲਕੁਲ ਠੀਕ ਹੈ। ਇਕੱਲੇ ਜਪਣ ਨਾਲ ਵੀ ਨਹੀਂ ਹੁੰਦੀ। ਜੋ ਮਰਜ਼ੀ ਸੰਸਾਰ ਕਰ ਰਿਹਾ ਹੈ ਰੱਬ ਦੇ ਨਾਂ ਦੇ ਉੱਤੇ, ਤੀਰਥਾਂ ਦਾ ਇਸ਼ਨਾਨ ਔਰ ਹੋਰ ਜੋ ਕੁਛ ਵੀ ਯਾਤਨਾਵਾਂ ਆਪਣੇ ਸਰੀਰ ਨੂੰ ਦੇਣੀਆਂ, ਉਹਦੇ ਨਾਲ ਵੀ ਨਹੀਂ ਹੁੰਦੀ। ਗੁਰਮਤ ਦਾ ਇਹ ਕਮਿਟਡ ਖਿਆਲ ਹੈ ਵੀ ਪਰਮਾਤਮਾ ਦੀ ਨਜ਼ਰ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ। ਇਹ ਸਾਡੇ ਵੱਲੋਂ ਨਹੀਂ ਹੋਣੀ, ਜੇ ਉਹ ਕਿਰਪਾ ਕਰੂਗਾ ਤਾਂ ਹੋ ਜਾਏਗੀ, ਫਿਰ ਨੀਚ ਤੋਂ ਨੀਚ ਪਰ ਵੀ ਹੋ ਜਾਂਦੀ ਹੈ। ਸੋ ਅਸੀਂ ਗੁਰਬਾਣੀ ਦੇ ਵਿਚਾਰਾਂ ਨੂੰ ਉਲਟੇ ਜਾਂ ਗਲਤ ਅਰਥਾਂ 'ਚ ਲਾਈਏ, ਉਹ ਗੱਲ ਠੀਕ ਨਹੀਂ ਹੁੰਦੀ। ਰਾਗਾਂ ਨਾਦਾਂ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ, ਇਹ ਵੀ ਠੀਕ ਹੈ, ਪਰ ਰਾਗ ਨਾਦ ਗਾਉਣੇ ਵੀ ਹੈ, ਇਹ ਉਸ ਤੋਂ ਵੀ ਜ਼ਿਆਦਾ ਠੀਕ ਹੈ, ਕਿਉਂਕਿ ਸਾਰੀ ਬਾਣੀ ਹੀ ਰਾਗਾਂ 'ਚ ਹੈ। ਇਹਦਾ ਖੰਡਨ ਨਹੀਂ ਕਰਿਆ ਵੀ ਅਸੀਂ ਗਾਉਣੀ ਨਹੀਂ ਹੈ, ਇਹ ਸਮਝਾਤਾ ਵੀ ਜੇ ਇਕੱਲਾ ਰਾਗ ਨਾਦ ਕਰਕੇ ਗਾਉਂਗੇ ਜਾਂ ਤੁਸੀਂ ਸਮਝੋਗੇ ਵੀ ਹੁਣ ਰੱਬ ਦੀ ਪ੍ਰਾਪਤੀ ਹੋ ਜਾਊਗੀ, ਏਕਣ ਨਹੀਂ ਹੋਣੀ, ਉਹ ਤਾਂ ਉਹਦੀ ਨਜ਼ਰ ਨਾਲ ਹੋਣੀ। ਇਹ ਹੈ ਸਮੱਗਰਤਾ ਦਾ ਸਿਧਾਂਤ। ਕਿਸੇ ਇਸ਼ੂ 'ਤੇ ਲੈ ਲਓ, ਜਪ 'ਤੇ ਲੈ ਲਓ, ਕੀਰਤਨ 'ਤੇ ਲੈ ਲਓ, ਇਹੀ ਚੱਲੇਗਾ ਵੀ ਉਹਦੀ ਕਿਰਪਾ ਬਿਨਾਂ ਨਹੀਂ ਕੁਛ ਵੀ ਬਣਨਾ। ਪਰ ਫਿਰ ਵੀ ਕਰਨਾ ਤਾਂ ਹੈ, ਕਿਆ ਕਰਨਾ ਹੈ ਉਹ ਵੀ ਹਦਾਇਤ ਹੈ। ਸਮਝਾਉਂਦੇ ਗੁਰੂ ਸਾਹਿਬ ਵੀ ਰਾਗਾਂ ਨਾਦਾਂ ਨਾਲ ਤੁਹਾਨੂੰ ਪਰਮਾਤਮਾ ਇੱਕਣ ਨਹੀਂ ਪ੍ਰਾਪਤ ਹੋਣਾ, ਪਰ ਗਾਉਣਾ ਵੀ ਜ਼ਰੂਰ ਹੈ। ਰਾਗਾਂ ਦੇ ਵਿੱਚ ਗਾਉਣੀ ਹੈ ਬਾਣੀ, ਆਪਣੇ ਵੱਲੋਂ ਇੱਕ ਕਦਮ ਰੱਖਣਾ ਅੱਗੇ, ਅੱਗੇ ਉਹ ਤੋਰਨ ਵਾਲਾ ਜਾਣੇ। ਚਰਨ ਸਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਅੱਗੇ ਹੋਏ ਲੇਤ ਹੈ। ਇੱਕ ਕਦਮ ਤੁਰਨਾ ਹੈ, ਪਰ ਇਹ ਨਹੀਂ ਸਮਝ ਲੈਣਾ ਵੀ ਸਾਨੂੰ ਹੁਣ ਰੱਬ ਅਸੀਂ ਪ੍ਰਾਪਤ ਕਰ ਲਾਂਗੇ, ਬਿਲਕੁਲ ਨਹੀਂ। ਇਹ ਉਹਦੀ ਅੱਗੇ ਨਜ਼ਰ ਇਨਾਇਤ ਹੈ ਵੀ ਉਹ ਕਰ ਦੇਵੇ ਸਾਡੇ ਉੱਤੇ। ਇਹ ਵੀ ਗੱਲ ਦੱਸ ਦਿੱਤੀ ਵੀ ਜੇ ਅਸੀਂ ਚੱਲਾਂਗੇ ਤਾਂ ਉਹ ਜ਼ਰੂਰ ਬੇਨਿਆਜ਼ ਨਹੀਂ ਹੈ, ਕਿਰਪਾ ਉਹ ਕਰਦਾ ਵੀ ਹੈਗਾ। ਦਾਵਾ ਨਹੀਂ ਬੰਨ੍ਹ ਲੈਣਾ ਵੀ ਅਸੀਂ ਉਹਨੂੰ ਪਾ ਲਾਂਗੇ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਚਿਤ ਵਸਿਆ ਮਨ ਆਏ। ਜਿਸ ਰਾਗ ਦੇ ਗਾਉਣ ਨਾਲ ਰੱਬ ਚੇਤੇ ਆ ਜਾਵੇ ਉਹ ਸਭ ਤੋਂ ਵਧੀਆ ਹੈ, ਕੋਈ ਵੀ ਰਾਗ ਹੋਵੇ। ਔਰ ਜਿਸ ਜਪ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏ ਉਹ ਜਪ ਭਲਾ। ਜਿਸ ਕਿਰਿਆ ਵਿਸ਼ੇਸ਼ ਨਾਲ ਜੇ ਕੋਈ ਸਮਝਦਾ ਵੀ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ ਯਾਰ, ਐਕਚੁਅਲ 'ਚ ਹੋ ਜਾਵੇ, ਤਾਂ ਉਹ ਕਰਮ ਵਿਸ਼ੇਸ਼ ਵੀ ਭਲਾ।
ਕਿਹੜਾ ਹੋ ਸਕਦਾ? ਉਹ ਸਾਧ ਸੰਗਤ ਦੀ ਸੇਵਾ। ਦੂਜੀਆਂ ਵਿਚਾਰਾਂ ਦਾ ਤਾਂ ਖੰਡਨ ਹੈ ਜਿਹੜੀਆਂ ਤ੍ਰੈ ਗੁਣਾਂ 'ਚ ਹੁੰਦੀਆਂ। ਚੌਥੇ ਗੁਣ 'ਚ ਕੋਈ ਵੀ ਕਰਮ ਵਿਸ਼ੇਸ਼ ਹੈ ਉਹ ਸਫਲ ਹੈ, ਅਗਰ ਰੱਬ ਦੀ ਪ੍ਰਾਪਤੀ ਕਰਾਉਂਦਾ ਤਾਂ। ਹੁਣ ਜੇ ਕੋਈ ਸੇਵਾ ਨੂੰ ਇਹ ਸਮਝੇ ਵੀ ਇਹ ਉੱਤਮ ਚੀਜ਼ ਹੈ, ਗੁਰਬਾਣੀ ਵੀ ਫਰਮਾਉਂਦੀ ਹੈ ਵੀ ਸੇਵਾ ਨਾਲ ਹੀ ਰੱਬ ਮਿਲ ਜੂਗਾ, ਇਹ ਵੀ ਗੱਲ ਠੀਕ ਨਹੀਂ ਹੈ। ਆਮ ਕਹਾਵਤ ਹੈ ਵੀ ਸੇਵਾ ਤੋਂ ਮੇਵਾ ਮਿਲਦਾ ਹੈ, ਪਰ ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ। ਮਿਲਣਾ ਉਹਦੀ ਨਜ਼ਰ ਨਾਲ ਹੈ। ਵਿੱਚ ਹਉਮੈ ਸੇਵਾ ਥਾਏ ਨਾ ਪਾਏ, ਜਨਮ ਮਰੈ ਫਿਰ ਆਵੈ ਜਾਏ। ਜੇ ਹੁਣ ਕੋਈ ਵਿਦਵਾਨ ਇਸ ਗੱਲ ਦਾ ਖੰਡਨ ਕਰਨ ਲੱਗ ਜਾਏ ਵੀ ਗੁਰਬਾਣੀ ਕਹਿੰਦੀ ਹੈ ਵੀ ਸੇਵਾ ਨਾਲ ਨਹੀਂ ਮਿਲਦਾ, ਇਹ ਸੇਵਾ ਥਾਂ ਨਹੀਂ ਪੈਂਦੀ, ਵੀ ਸੇਵਾ ਨੂੰ ਇਹ ਖੰਡਨ ਕਰ ਦਿਓ, ਉਹ ਫਿਰ ਸਾਡੀ ਅਲਪ ਬੁੱਧੀ ਹੈ, ਅਨਾੜੀਪਣ ਹੈ। ਗੁਰਬਾਣੀ ਵਿੱਚ ਕਿਤੇ ਵੀ ਰਾਗਾਂ ਨਾਦਾਂ ਦਾ ਕੋਈ ਇਸ ਤਰ੍ਹਾਂ ਨਹੀਂ ਕਿਹਾ ਗਿਆ ਵੀ ਤੁਸੀਂ ਇਹ ਨਹੀਂ ਗਾਉਣੇ, ਗਾਓ, ਸਗੋਂ ਹਦਾਇਤ ਕਰੀ ਹੋਈ ਹੈ। ਟੁੰਡੇ ਰਾਜੇ ਕੀ ਧੁਨੀ ਗਾਵਣੀ, ਰਾਜੇ ਅਸਰਾਜ ਕੀ ਧੁਨੀ ਗਾਵਣੀ, ਧੁਨੀਆਂ ਵੀ ਚੜਾਈਆਂ ਹੋਈਆਂ। ਪਤਾ ਨਹੀਂ ਕਿਉਂ ਅਸੀਂ ਇੱਕ ਪਾਸੜ ਹੋ ਕੇ ਸੋਚਦੇ ਹਰ ਗੱਲ ਨੂੰ। ਦਲੀਲ ਤਾਂ ਕੋਈ ਨਾ ਕੋਈ ਬਣਾਏ ਲੈਂਦੇ। ਜਿਹੜਾ ਮਨੁੱਖੀ ਮਾਈਂਡ ਹੈ ਇਹ ਬੜਾ ਦਲੀਲਬਾਜ਼ ਹੈ। ਦਲੀਲਾਂ ਤਾਂ ਉਹਨਾਂ ਨੇ ਵੀ ਬਣਾ ਲਈਆਂ ਹੋਈਆਂ ਜਿਹੜੇ ਬਿਲਕੁਲ ਗੁਰੂ ਸਾਹਿਬ ਦਾ ਵੀ ਖੰਡਨ ਕਰ ਰਹੇ ਹੈ। ਨੈੱਟ ਪਰ ਵੀ ਹੈ ਉਹ ਲੋਕ ਜਿਹੜੇ ਕਹਿੰਦੇ ਵੀ ਕਿਉਂ ਗੁਰੂ ਹਰਕ੍ਰਿਸ਼ਨ ਜੀ ਨੇ ਕਿਉਂ ਭੇਜਿਆ ਸੀ ਆਪਣੇ ਪੁੱਤਰ ਨੂੰ ਔਰੰਗਜ਼ੇਬ ਦੇ ਕੋਲ। ਗੁਰੂ ਸਾਹਿਬ ਦੀ ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਸਲੀਕਾ ਸੀ ਉਹਦੇ ਉੱਪਰ ਵੀ ਕਿੰਤੂ ਕਰਿਆ ਜਾ ਰਿਹਾ। ਛੋਟੀ ਹੋਛੀ ਮੱਤ ਹੈ, ਬੁੱਧੀ 'ਚੋਂ ਨਿਕਲਦੀ ਹੈ। ਕਿਆ ਕਰੋਗੇ? ਹੈ ਤਾਂ ਉਹਦੇ ਹੁਕਮ ਵਿੱਚ, ਹੁਕਮ ਤੋਂ ਬਾਹਰ ਤਾਂ ਕੁਛ ਨਹੀਂ ਹੋ ਰਿਹਾ। ਰਾਮ ਰਾਏ ਨੇ ਆਪਣੀ ਮੱਤ ਵਰਤ ਲਈ, ਭੇਜੇ ਤਾਂ ਗੁਰੂ ਸਾਹਿਬ ਨੇ ਸੀਗੇ। ਬੰਦਾ ਕਿਤੇ ਵੀ ਡੋਲ ਸਕਦਾ। ਜੇ ਗੁਰੂ ਸਾਹਿਬ ਦੀ ਮੱਤ ਪਰ ਆਪਾਂ ਕਿੰਤੂ ਕਰੂੰਗੇ ਇਹਦਾ ਮਤਲਬ ਅਸੀਂ ਗੁਰਬਾਣੀ ਨੂੰ ਪਰਨਾਏ ਹੋਏ ਨਹੀਂ ਹੈ, ਫਿਰ ਬਾਹਰ ਹੈ, ਜੋ ਮਰਜ਼ੀ ਕਰੀ ਜਾਓ, ਹੋਰ ਸਭ ਕਰਦੇ ਹੀ ਹੈ। ਕਮ ਸੇ ਕਮ ਗੁਰੂ ਦੇ ਨਾਲ ਜੁੜਨੇ ਵਾਲਾ ਬੰਦੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹ ਜਿਹੜਾ ਸ਼ਖਸ ਇੱਥੋਂ ਗਿਆ ਹੈ ਗਰੁੱਪ 'ਚੋਂ, ਮੈਨੂੰ ਨਹੀਂ ਪਤਾ ਉਹ ਆਇਆ ਵੀ ਸੀ ਕਿ ਨਹੀਂ, ਆ ਕੱਢਿਆ ਗਿਆ ਜਾਂ ਆਪ ਤੋਂ ਗਿਆ, ਰੱਬ ਜਾਣੇ। ਉਹਨੇ ਹੋਰ ਇੱਕ ਜਗ੍ਹਾ ਪਾਇਆ ਨੈੱਟ ਦੇ ਉੱਤੇ ਇਹੀ ਗੱਲ ਨੂੰ ਬਈ ਜ਼ਰੂਰ ਗੁਰਬਾਣੀ 'ਚ ਖੰਡਨ ਹੈ ਰਾਗਾਂ ਦਾ। ਦੇਖੋ ਇਹ ਜਿਹੜੀ ਗੱਲ 100% ਹੈਗੀ ਹੈ ਉਹਨੂੰ 0 ਬਣਾ ਕੇ ਪੇਸ਼ ਕਰਨਾ ਸਮਝ ਤੋਂ ਬਾਹਰ ਹੈ ਗੱਲ। ਕਮ ਸੇ ਕਮ ਇੱਕ ਸਿੱਖ ਦੀ ਆਤਮਾ ਤਾਂ ਮੰਨ ਨਹੀਂ ਸਕਦੀ ਇਸ ਗੱਲ ਨੂੰ। ਜਿਹੜੀ ਲਿਖੀ ਹੋਈ ਉਹ ਰਾਗਾਂ ਵਿੱਚ ਹਦਾਇਤ ਕਰੀ ਹੋਈ ਹੈ ਵੀ ਕਿਹੜੇ ਰਾਗ ਵਿੱਚ ਔਰ ਘਰ ਵਿੱਚ ਵੀ ਗਾਉਣੀ ਹੈ, ਅਤੇ ਉਹ ਗਲਤ ਕਿਵੇਂ ਹੋ ਜਾਊਗੀ? ਆਪਣੀ ਬੁੱਧੀ ਸ੍ਰੇਸ਼ਟ ਕਰ ਲਈ, ਸਾਰੀ ਕੌਮ ਗਲਤ ਕਰਕੇ ਰੱਖ ਦਿੱਤੀ, ਆ ਕੇ ਬੇੜਾ ਗਰਕ ਕਰ ਦਿੱਤਾ। ਦੱਸੋ, ਅਜਿਹੇ ਬੰਦੇ ਵੀ ਇਸੇ ਸੰਸਾਰ ਵਿੱਚ ਹੈ ਤਾਂ ਉਹਦੇ ਹੁਕਮ ਵਿੱਚ ਹੈ। ਭਾਣਾ ਆਪਣਾ ਕਰ ਰਹੇ ਹੈ, ਬੁੱਧੀ ਆਪਣੀ ਵਰਤ ਰਹੇ ਹੈ। ਔਰ ਦੁੱਖ ਦੀ ਗੱਲ ਇਹ ਹੈ ਵੀ ਜਿਹੜੀ ਉਹ ਆਸਰਾ ਲੈਂਦੇ ਉਹ ਗੁਰਬਾਣੀ ਦਾ ਲੈਂਦੇ। ਗੁਰਬਾਣੀ ਦਾ ਜਿਹੜਾ ਥੋਟ ਹੈ ਸਮੱਗਰਤਾ 'ਚੋਂ ਨਿਕਲ ਕੇ ਆਉਂਦਾ, ਉਸੇ ਦਾ ਖੰਡਨ ਕਰਦੇ। ਹੁਕਮ ਤਾਂ ਜਿਹੜੇ ਰਾਵਣ ਸੀਗਾ ਜਾਂ ਕੈਰੋਂ ਸੀਗੇ ਜਾਂ ਹੋਰ ਨਮਰੂਦ ਵਰਗੇ ਵੀ ਹੋਏ, ਹੁਕਮ ਤਾਂ ਉਹ ਵੀ ਉਹਨਾਂ ਪਰ ਵੀ ਸੀਗਾ ਲਾਗੂ, ਤਾਂ ਸਾਰੇ ਉਹਦੇ ਹੁਕਮ ਵਿੱਚ ਬਾਹਰ ਕੁਛ ਵੀ ਨਹੀਂ ਹੈ। ਭਾਣਾ ਆਪਣਾ ਕਰ ਰਹੇ ਸੀਗੇ। ਸੋ ਹੁਕਮ ਔਰ ਭਾਣੇ ਨੂੰ ਇੱਕ ਸਮਝ ਲੈਂਦਾ ਜਿਹੜਾ ਬੰਦਾ, ਉਹ ਵੀ ਫਿਰ ਟਪਲਾ ਖਾਂਦਾ। ਇਹ ਦੋ ਅਲੱਗ-ਅਲੱਗ ਚੀਜ਼ਾਂ। ਆਪਣ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਅਸੀਂ ਹਮੇਸ਼ਾ ਆਪਣਾ ਭਾਣਾ ਕਰਦੇ ਹਾਂ। ਗੁਰੂ ਦਾ ਭਾਣਾ ਤਾਂ ਚੋਰੀ 'ਚ ਹੈ ਨਹੀਂ ਵੀ ਚੋਰੀ ਕਰੋ, ਰੋਕਦਾ ਗੁਰੂ ਤਾਂ। ਚੋਰ ਕੀ ਹਾਮਾ ਭਰੇ ਨਾ ਕੋਈ। ਜੇ ਚੋਰ ਵੀ ਕਹੇ ਜਾਂ ਉਹਦੇ ਬਾਰੇ ਕੋਈ ਬੰਦਾ ਇਹ ਕਹੇ ਵੀ ਗੁਰਬਾਣੀ ਫਰਮਾਉਂਦੀ ਹੈ ਜੀ ਵੀ ਚੋਰੀ ਵੀ ਉਹਦੇ ਹੁਕਮ ਵਿੱਚ ਹੈ, ਵੀ ਸਭ ਕੁਛ ਉਹਦੇ ਹੁਕਮ ਵਿੱਚ ਹੈ, ਨਹੀਂ ਭਾਈ, ਗੁਰਬਾਣੀ ਦੇ ਥੋੜ ਤੋਂ ਬਹੁਤ ਦੂਰ ਦੀ ਬਾਤ ਹੈ। ਸਮੱਗਰਤਾ ਸਾਹਮਣੇ ਰੱਖਣੀ ਪਊਗੀ। ਇੱਕ ਸ਼ਬਦ ਨੂੰ ਪੜ੍ਹ ਕੇ ਨਹੀਂ ਵਿਚਾਰ ਕੀਤੀ ਜਾ ਸਕਦੀ। ਜਿੱਥੇ ਰੁਕਣਾ ਹੈ ਉੱਥੇ ਜਮਕੀ ਦੇ ਕੇ ਰੁਕਣਾ ਵੀ ਹੈ। ਜਿਵੇਂ ਪਹਿਲਾਂ ਵੀ ਵਿਚਾਰ ਆਈ ਸੀ ਵੀ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ, ਏਕਣ ਪਾਠ ਹੁੰਦਾ ਹੈ। ਇਹਦਾ ਮਤਲਬ ਇਹ ਹੁੰਦਾ ਵੀ ਗੁਰੂ ਅਰਜਨ ਦੇ ਘਰ ਵਿੱਚ ਗੁਰੂ ਰਾਮਦਾਸ ਜੀ ਪੈਦਾ ਹੋਏ। ਦੇਖੋ ਸੋਚ ਕੇ ਵੀ ਕਿੰਨਾ ਅਨਰਥ ਹੋ ਰਿਹਾ ਹੈ ਇਸ ਗੱਲ ਨਾਲ। ਅਸਲ ਵਿੱਚ ਇਹ ਰੁਕਣਾ ਹੈ ਗੁਰੂ ਅਰਜਨ ਦੇ ਉੱਤੇ। ਗੁਰੂ ਅਰਜਨ ਇੱਥੇ ਰੁਕਣਾ ਹੈ। ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਜੀ ਦੇ ਘਰ ਵਿੱਚ, ਫਿਰ ਇਤਿਹਾਸਕ ਤੌਰ ਪਰ ਵੀ ਗੱਲ ਸੱਚੀ ਬਣਦੀ ਹੈ। ਸੋ ਜਿਹੜੀ ਗੱਲ ਸਿਮਰ ਗੋਬਿੰਦ ਦੀ ਹੈ, ਕਬੀਰ ਜੀ ਦਾ ਸ਼ਬਦ ਹੈ, ਰਾਮ ਸਿਮਰ ਪਛਤਾਹੇਗਾ ਮਨ।
ये इकट्ठा नहीं पढ़ सकते आप, फिर तो उल्टा अर्थ हो जाऊंगे भी राम सिमर के पछताऊंगा। नो 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 नो, गुरबाणी का समग्रता विच ख्याल क्या है भी सिमरो, हर वक्त सिमरो, श्वास श्वास सिमरो, अठे पहर 24 घंटे सिमरो। वो तो बरखलाफ अर्थ हो ही नहीं सकता कदे भी। ਇਹਦਾ मतलब क्या है भी राम सिमर, ਇੱਥੇ रुक जाओ, पछताएगा मन, फिर तू पछताएगा नहीं जे नहीं सिमरदा ਤਾਂ। ਬਿਲਕੁਲ ਜੇ ਇਹਨੂੰ ਆਪਾਂ ਤੋੜ ਮਰੋੜ ਕੇ ਪੇਸ਼ ਕਰੀਏ, ਗੁਰਬਾਣੀ ਦੇ ਜਿਹੜਾ ਅਰਥ ਹੁੰਦਾ ਉਹ ਕਦੇ ਵੀ ਗੁਰਬਾਣੀ ਦੇ ਆਸ਼ੇ ਤੋਂ ਉਲਟ ਨਹੀਂ ਹੋਣਾ ਚਾਹੀਦਾ। ਵਿਆਖਿਆ ਜਿਵੇਂ ਮਰਜ਼ੀ ਕਰੋ, ਪਰ ਸਮਗਰਤਾ ਦੇ ਸਿਧਾਂਤ ਦੀ ਅਵਹੇਲਨਾ ਨਹੀਂ ਹੋਣੀ ਚਾਹੀਦੀ। ਸਿਮਰਨਾ ਗੁਰਬਾਣੀ ਦਾ ਸਿਧਾਂਤ ਹੈ। ਜੇ ਇਹਦਾ ਅਰਥ ਇਹ ਬਣਾਈਏ ਜਿਵੇਂ ਕੋਈ ਭਾਈ ਸਾਹਿਬ ਬਣਾ ਰਿਹਾ ਵੀ ਰਾਮ ਸਿਮਰ ਪਛਤਾਏਗਾ, ਵੀ ਤੂੰ ਪਛਤਾਏਗਾ ਰਾਮ ਸਿਮਰ ਕੇ, ਨੋ ਨੋ ਨੋ। ਬਹੁਤ ਸੌਖੀ ਜੀ ਗੱਲ ਹੈ, ਜਿਹਨੇ ਨਹੀਂ ਵੀ ਵਿਆਕਰਨ ਦੇ ਜਾਣੂ, ਰੁਕੋ ਮਤ ਜਾਓ, ਰੁਕੋ ਮਤ ਜਾਓ। ਦੇਖੋ ਦੋਹਾਂ ਦੇ 'ਚ ਕਿੰਨਾ ਫਰਕ ਹੈ। ਸ਼ਬਦ ਵੀ ਤਿੰਨੇ ਹੈ। ਚਲੋ ਪੰਜਾਬੀ ਵੀ ਤਾਂ ਆਪਾਂ ਹੁਣ ਅੱਜ ਕੱਲ੍ਹ ਕੌਮਾ ਲਗਾ ਲੈਂਦੇ ਹਾਂ, ਗੁਰਬਾਣੀ ਦੀ ਲਿਖਤ ਵਿੱਚ ਤਾਂ ਕੌਮਾ ਹੈ ਨਹੀਂ, ਉਹ ਤਾਂ ਜ਼ਰੂਰਤ ਹੈ ਸਾਰੀ ਇਕੱਠੀ ਹੈ। ਰੁਕੋ ਮਤ ਜਾਓ, ਠਹਿਰ ਜਾਓ ਜਾਇਓ ਨਾ, ਰੁਕੋ ਮਤ ਜਾਓ, ਰੁਕਿਓ ਨਾ ਜਾਓ, ਜਲਦੀ ਜਾਓ। ਦੇਖੋ ਕਿੰਨਾ ਭੇਦ ਆਉਂਦਾ ਹੈ ਇੱਕ ਠਹਿਰਾਓ ਦੇ ਨਾਲ। ਤਾਂ ਬਿਲਕੁਲ ਐਸੇ ਤਰੀਕੇ ਨਾਲ ਅਨਵੈ, ਇੱਕ ਸ਼ਬਦ ਹੁੰਦਾ ਅਨਵੈ, ਗੁਰਬਾਣੀ ਵਿੱਚ ਇਹਦੀ ਵਰਤੋਂ ਹੋਈ ਹੋਈ ਹੈ। ਰਾਖੋਂ ਕੰਧ ਉਸਾਰੋਂ ਨੀਵਾ, 3.5 ਹਾਥ ਤੇਰੀ ਸੀਵਾ। ਰਾਖੋਂ ਕੰਧ, ਕੰਧ ਰੱਖੀ ਜਾਂਦੀ ਹੈ ਜਾਂ ਨੀਂਹ ਰੱਖੀ ਜਾਂਦੀ ਹੈ, ਇਹਨੂੰ ਅਨਵੈ ਕਹਿੰਦੇ। ਕਵੀਆਂ ਨੂੰ ਹੱਕ ਹੁੰਦਾ ਹੈ ਸੀਮਾ ਔਰ ਨੀਵਾ ਨੂੰ ਮਿਲਾਉਣ ਖਾਤਰ, ਕਵੀ ਕੋਈ ਵੀ ਕਰ ਸਕਦਾ ਹੈ, ਰੱਬੀ ਸ਼ਾਇਰ ਵੀ ਕਰਦੇ ਆ ਇਸੇ ਤਰ੍ਹਾਂ। ਭਾਵ ਇਹਦਾ ਇਹ ਹੈ ਵੀ ਰੱਖਾਂ ਨੀਂਹ ਤੇ ਉਸਾਰਾਂ ਕੰਧ। ਲਿਖਿਆ ਹੋਇਆ ਕਿਆ ਹੈ, ਰਾਖੋਂ ਕੰਧ ਉਸਾਰੋਂ ਨੀਵਾ। ਬੁੱਧੀ ਹੈ, ਚਲਾਕੀ ਚੁਸਤੀਆਂ ਕਰਦੀ ਹੈ। ਐਸੇ ਤਰੀਕੇ ਨਾਲ ਉਹ ਹੈ ਰਾਮ ਸਿਮਰ ਪਛਤਾਏਗਾ ਮਨ, ਫਿਰ ਪਛਤਾਏਗਾ ਜੇ ਨਹੀਂ ਸਿਮਰੇਗਾ ਤੂੰ। ਜੇ ਇਹਦਾ ਅਨਵੈ ਵੀ ਕਰਿਆ ਜਾਵੇ, ਮਨ ਰਾਮ ਸਿਮਰ ਪਛਤਾਏਗਾ, ਬਿਲਕੁਲ ਸਹੀ ਬਾਤ ਬਣਦੀ। ਸਾਡਾ ਆਸ਼ਾ ਨਹੀਂ ਗਲਤ ਹੋਣਾ ਚਾਹੀਦਾ, ਗੁਰਬਾਣੀ ਦਾ ਸਮਗਰਤਾ ਦੇ ਸਿਧਾਂਤ ਦੀ ਅਵਹੇਲਨਾ ਨਹੀਂ ਹੋਣੀ ਚਾਹੀਦੀ। ਸਿਮਰਨ ਤੋਂ ਉਲਟ ਨਹੀਂ ਆਪਾਂ ਕਹਿ ਸਕਦੇ ਇਸ ਗੱਲ ਨੂੰ ਵੀ ਤੂੰ ਸਿਮਰ ਕੇ ਪਛਤਾਏਗਾ। ਸਿਮਰਨ ਕਰ, ਨਹੀਂ ਤਾਂ ਪਛਤਾਏਗਾ। ਦਲੀਲ ਹੈ ਕੋਈ ਰੱਖੀ ਜਾਓ, ਕਿਹੜਾ ਕੋਈ ਰੋਕਦਾ। ਸਮਗਰਤਾ ਦੀ ਅਣਹੋਂਦ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ। ਜਾਂ ਫਿਰ ਚੁਸਤੀ ਚਲਾਕੀ ਬੁੱਧੀ ਦੀ ਹੈ ਵੀ ਉਹ ਇਸ ਤਰ੍ਹਾਂ ਕਰਦੀ ਹੈ ਜਿਵੇਂ ਗੁਰੂ ਸਾਹਿਬ ਪਰ ਵੀ ਕੋਈ ਉਟੰਕਣ ਹੁੰਦਾ। ਇਹ ਸਿੱਧਾ ਹੀ ਉਟੰਕਣ ਹੈ ਵੀ ਜਿਹੜਾ ਕੀਰਤਨ ਹੈ ਇਹ ਹੈ ਹੀ ਨਹੀਂ, ਇਹਦਾ ਖੰਡਨ ਹੈ, ਇਹਨੇ ਬੇੜਾ ਕਰਕੇ ਕਰ ਦਿੱਤਾ। ਸਾਰੇ ਲੋਕ ਭਰਸਤੇ ਹੋਏ, ਸਿੱਖ ਗਲਤ ਹੋਏ ਹੋਏ ਹੈ, ਕੀਰਤਨ 'ਚ ਲੱਗੇ ਹੋਏ। ਦੇਖੋ ਇਹੀਆਂ ਜਿਹੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ। ਪਹਿਲਾਂ ਹੋਲੀ ਸੀ ਵਿਚਾਰ, ਅੱਜ ਨੈੱਟ ਦੇ ਉੱਤੇ ਫੇਰ ਪਾਈ ਗਈ ਹੈ ਕਿਸੇ ਹੋਰ ਨਾਂ ਦੇ ਹੇਠ, ਤਾਂ ਦੱਸ ਰਹੇ ਨੇ ਵਿਚਾਰ ਸਾਂਝੀ ਕਰੀਏ। ਇੱਕ ਸ਼ਬਦ ਹੋਰ ਕਹਿ ਕੇ ਸਮਾਪਤੀ ਕਰਾਂ। ਰਾਗ, ਰਾਗਾਂ ਨਾਦ ਹੈ ਬਾਹਰਾ। ਜਿਹੜੇ ਨਾਦ ਹੈ, ਨਾਦ ਕਿਹਨੂੰ ਕਹਿੰਦੇ ਆ? ਲੱਕੜੀ ਖੜਕਾਏ ਤੋਂ ਆਵਾਜ਼ ਪੈਦਾ ਹੁੰਦੀ ਹੈ। ਘੰਟੀ ਦੇ ਉੱਤੇ ਹਥੌੜਾ ਮਾਰੂੰਗੇ ਆਵਾਜ਼ ਪੈਦਾ ਹੁੰਦੀ ਹੈ। ਨਾਦ ਹੋਰ ਚੀਜ਼ ਹੈ, ਆਵਾਜ਼ ਨੂੰ ਨਾਦ ਨਹੀਂ ਕਿਹਾ ਜਾਂਦਾ। ਨਾਦ ਹੁੰਦੀ ਹੈ ਗੂੰਜ, ਜਿਹੜੀ ਆਵਾਜ਼ ਹਟੇ ਤੋਂ ਬਾਅਦ ਵੀ ਗੂੰਜ ਜਾਂਦੀ ਰਹਿੰਦੀ, ਚੱਲਦੀ ਰਹਿੰਦੀ। ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀ 4-4, 5-5 ਕਿਲੋਮੀਟਰ ਤੱਕ ਆਵਾਜ਼ ਜਾਂਦੀ ਸੀ। ਬੜਾ ਸਾਰਾ ਘੜਿਆਲ ਸੀਗਾ ਉੱਪਰ ਸਕੂਲ ਦੇ 3 ਮੰਜ਼ਿਲਾਂ ਦੇ ਉੱਤੇ ਲਟਕਾਇਆ ਹੋਇਆ। ਉਹ 5-5 ਮੀਲ ਤਾਈਂ ਸੁਣਦਾ ਹੁੰਦਾ ਸੀ। ਪਤਾ ਲੱਗ ਜਾਂਦਾ ਸੀ ਵੀ ਇਹ ਪਹਿਲੀ ਘੰਟੀ ਹੈ, ਦੂਜੀ ਹੈ। ਸੌਖ ਹੋ ਜਾਂਦੀ ਸੀ। ਉਦੋਂ ਘੜੀਆਂ ਟਾਈਮ ਹੁੰਦਾ ਨਹੀਂ ਸੀ ਬੱਚਿਆਂ ਕੋਲ। ਤਾਂ ਉਹ ਜਦੋਂ ਘੰਟੀ ਦਾ ਹਥੌੜਾ ਵੱਜਦਾ ਤਾਂ ਆਵਾਜ਼ ਆਉਂਦੀ ਹੈ ਕੁਛ ਚਿਰ, ਉਸ ਤੋਂ ਬਾਅਦ ਫਿਰ ਉਹ ਗੂੰਜੀ ਜਾਂਦਾ ਬਹੁਤ ਚਿਰ ਹਵਾ ਦੇ ਵਿੱਚ ਕਰਕੇ। ਉਹਨੂੰ ਨਾਦ ਕਹਿੰਦੇ। ਆਵਾਜ਼ ਨੂੰ ਨਾਦ ਨਹੀਂ ਕਹਿੰਦੇ। ਇਹਨਾਂ ਦੋਹਾਂ ਦੇ ਵਿੱਚ ਫਰਕ ਹੈ। ਉਂਝ ਇਹ ਗੁਰਬਾਣੀ 'ਚ ਭੇਦ ਹੋਣ ਕਰਕੇ ਦੋਹੇ ਇੱਕ ਦੂਜੇ ਦੀ ਜਗ੍ਹਾ ਵੀ ਵਰਤੇ ਗਏ ਹੈ। ਇਹ ਵੀ ਨੁਕਤਾ ਬਹੁਤ ਜ਼ਰੂਰੀ ਹੈ ਭੇਦ ਦਾ। ਜਿੰਨਾ ਚਿਰ ਇਹਦੀ ਸਮਝ ਨਹੀਂ ਆਉਂਦੀ, ਨਹੀਂ ਸਾਨੂੰ ਗੁਰਬਾਣੀ ਦੀ ਸਮਝ ਲੱਗ ਸਕਦੀ। ਸ਼ਬਦ ਔਰ ਨਾਮ ਇਹ ਇੱਕ ਵੀ ਹੈ, ਦੋ ਵੀ ਹੈ। ਭੇਦ ਹੈ।
ਜੇ ਆਪਾਂ ਇਹਨਾਂ ਨੂੰ ਇੱਕ ਮੰਨ ਕੇ ਚੱਲੂਗੇ ਵੀ ਨਾਮ ਨਾਮ ਹੈ ਤੇ ਸ਼ਬਦ ਸ਼ਬਦ ਹੈ, ਤਾਂ ਉਲਟੇ ਦੇ ਬਿਲਕੁਲ ਅਨਰਥ ਕਰਕੇ ਬਹਿ ਜਾਂਗੇ ਅਰਥਾਂ ਦਾ। ਇੱਕ ਦੂਜੇ ਦੀ ਜਗ੍ਹਾ ਦੋਹੇ ਵਰਤੇ ਜਾਂਦੇ, ਔਰ ਖਾਸ ਕਰਕੇ ਜਿੱਥੇ ਸ਼ਬਦ ਦੇ ਦੱਦੇ ਨੂੰ ਔਂਕੜ ਆਉਂਦੀ ਹੈ ਉਹ ਇੱਕ ਵਚਨ ਖੱਤਰ ਹੁੰਦਾ, ਉਹ ਨਾਮ ਖੱਤਰ ਹੀ ਆਉਂਦਾ। ਜਿੱਥੇ ਬਹੁਤੇ ਸ਼ਬਦ ਹੋਣਗੇ ਉੱਥੇ ਦੂਜੀ ਤਰ੍ਹਾਂ ਆਉਂਦਾ। ਤੋ ਦਿਓ ਆਗਿਆ, ਵਿਚਾਰ ਮਨ ਵਿੱਚ ਆ ਗਈ ਸੀਗੀ ਵੀ ਸੰਗਤ ਨੂੰ ਦੱਸਣੀ ਚਾਹੀਦੀ ਹੈ। ਔਰ ਇਸ ਗਰੁੱਪ ਵਿੱਚ ਉਸ ਬੰਦੇ ਦੇ ਹਮਦਰਦ ਵੀ ਬੈਠੇ ਆ, ਕਈ ਕਿਸੇ ਕਾਰਨ ਕਰਕੇ ਉਹ ਅਜੇ ਨਹੀਂ ਗਰੁੱਪ 'ਚੋਂ ਗਏ, ਉਹ ਬੈਠੇ ਆ, ਉਹਨਾਂ ਨੇ ਆਪੇ ਉਹਦੇ ਕੋਲ ਪਹੁੰਚਾ ਦੇਣੀ ਹੈ। ਪਾਈ ਹੋਈ ਦੱਸ ਰਹੇ ਨੇ ਉਹਦੇ ਉੱਧਰ ਵੀ ਹੈ, ਦੂਜੇ ਪਾਸੇ ਵੀ ਨੈੱਟ ਪਰ ਵੀ, ਪਤਾ ਨਹੀਂ ਉਹ ਨੰਬਰ ਕਿਹਦਾ। ਤੋ ਦੱਸ ਦੇਣੀ ਚਾਹੀਦੀ ਹੈ, ਕੋਈ ਇਤਰਾਜ਼ ਵੀ ਨਹੀਂ, ਦੱਸ ਰਹੇ ਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ। ਸਹੀ ਸੋਚ ਕਰ ਲੈਣੀ ਚੰਗੀ ਗੱਲ ਹੈ। ਜਿੰਨੀ ਗੱਲ ਉਹਦੀ ਠੀਕ ਹੈ ਆਪਾਂ ਉਹਨੂੰ ਕਬੂਲ ਕਰਦੇ ਹਾਂ। ਵੀ ਗੁਰਬਾਣੀ ਖੁਦ ਵੀ ਕਬੂਲ ਕਰਦੀ ਹੈ ਵੀ ਇਕੱਲੇ ਗਾ ਕੇ ਪੜ੍ਹ ਕੇ ਨਹੀਂ ਪ੍ਰਾਪਤੀ ਹੋ ਸਕਦੀ। ਪਾਠ ਪੜ੍ਹੈ ਨਹਿ ਬੂਝਈ ਭੇਖੀ ਭਰਮ ਭੁਲਾਏ। ਪਾਠ ਪੜ੍ਹਨੇ ਨਾਲ ਪੁੱਜਣਾ ਨਹੀਂ ਆਉਂਦਾ। ਭੇਖੀ ਅਸੀਂ ਜੇ ਇਸ ਤਰ੍ਹਾਂ ਕਰਦੇ ਹਾਂ, ਭਰਮ 'ਚ ਪਏ ਹੋਏ ਹਾਂ। ਹੁਣ ਇਹਦਾ ਮਤਲਬ ਇਹ ਨਹੀਂ ਵੀ ਪਾਠ ਕਰਨਾ ਛੱਡ ਦੇਣਾ। ਜਿਹੜੇ ਇਸ ਤਰ੍ਹਾਂ ਕਰਦੇ ਆ ਪੰਡਤਾਂ ਦੇ ਰੂਪ 'ਚ ਕਰਦੇ ਸੀ ਲੋਕ, ਸਿਰਫ ਪਾਠ ਤੱਕ ਮਹਿਦੂਦ ਸੀ, ਉਹਨਾਂ ਨੂੰ ਸਮਝਾਈ ਹੋਈ ਗੱਲ ਹੈ। ਪਾਠ ਤਾਂ ਕਰਨਾ ਹੈ, ਹਦਾਇਤ ਹੈ, ਪੜ੍ਹਨਾ ਵੀ ਰੋਜ਼ ਹੈ, ਇਹ ਵੀ ਹਦਾਇਤ ਹੈ। ਤੋ ਜਿਹੜੀ ਗੱਲ ਕਿਸੇ ਪ੍ਰਸੰਗ 'ਚ ਸਮਝਾਈ ਵੀ ਹੁੰਦੀ ਹੈ ਵੀ ਉਸ ਤਰ੍ਹਾਂ ਨਾ ਕਰਿਓ, ਉਹਨੂੰ ਅਸੀਂ ਪਕੜ ਕੇ ਸਿਧਾਂਤ ਬਣਾ ਦਈਏ ਗੁਰਬਾਣੀ ਦਾ ਵੀ ਕੀਰਤਨ ਹੈ ਹੀ ਨਹੀਂ ਗੁਰਬਾਣੀ 'ਚ, ਖੰਡਨ ਕਰਦੀ ਹੈ ਗੁਰਬਾਣੀ, ਕੌਮ ਗਲਤ ਕਰ ਰਹੀ ਹੈ। ਦਿਸ ਇਜ਼ ਆਲ। ਮੈਂ ਕੁਛ ਨਹੀਂ ਕਹਿ ਸਕਦਾ ਇਹਦੇ ਬਾਰੇ, ਤਾਂ ਫਿਰ ਬਸ ਇਹੀ ਹੈ ਵੀ ਸਾਡੀ ਬੁੱਧੀ ਦਾ ਦੌਲਾ ਨਿਕਲਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।